ਇੱਥੇ ਤਾਂ ਥਾਂ ਥਾਂ ਤੇ ਲਿਖ ਕੇ ਲਾਇਆ ਹੋਇਆ, ਇੰਨਾ ਪੈਸਾ ਇਹਨਾਂ ਨੇ ਲਾਇਆ ਐਕਟੀ ਆ ਝਾੜੂ ਵਾਲਿਆਂ ਨੇ। ਕਿੱਥੋਂ ਆਇਆ ਇੰਨਾ ਪੈਸਾ? ਇਹਦਾ ਟੋਪੀ ਜੀ ਰੱਖ ਕੇ ਝਾੜੂ ਹੱਥ 'ਚ ਫੜ ਕੇ ਗਲੀਆਂ ਨਾਲੀਆਂ ਸਾਫ਼ ਕਰਕੇ ਹਮ ਆਮ ਆਦਮੀ ਹੈ। ਪਰ ਪੰਜਾਬ ਆਮ ਆਦਮੀ ਨਹੀਂ ਹੈ ਨਾ, ਪੰਜਾਬ ਤਾਂ ਬੜਾ ਖਾਸ ਆ। ਸਾਡੇ ਗੁਰੂ ਨੇ ਸਾਨੂੰ ਖਾਸ ਬਣਾਇਆ। ਸੋ ਇੰਨਾ ਪੈਸਾ ਕਿੱਥੋਂ ਆਇਆ? ਇਹ ਪੈਸਾ ਸਟੇਟ ਸਪਾਂਸਰਡ ਆ, ਸਟੇਟ ਇਹਨਾਂ ਨੂੰ ਫੰਡ ਕਰ ਰਿਹਾ। ਤੇ ਇੱਕ ਨੈਰੇਟਿਵ ਵੀ ਸਿਰ 'ਚ ਤਾਂ, ਇੱਕ ਬਿਰਤਾਂਤ ਸਿਰ 'ਚ ਤਾਂ ਵੀ ਇੱਕ ਮੌਕਾ ਤਾਂ ਦਿਓ ਇਹਨਾਂ ਨੂੰ ਯਾਰ। ਇੱਕ ਮੌਕਾ ਕਿਉਂ ਦਿਓ ਇਹਨਾਂ ਨੂੰ? ਜੂਆ ਖੇਡੀ ਜਾਂਦੇ ਆ ਅਸੀਂ 75 ਸਾਲਾਂ ਤੋਂ। ਇੱਕ ਮੌਕਾ ਇਹਨਾਂ ਨੂੰ, ਹੁਣ ਹੋਣਾ ਕੀ ਆ? ਇੱਕ ਮੌਕਾ ਇਹਨਾਂ ਨੂੰ ਦੇ ਦਿਓ, 5 ਸਾਲ ਇਹ ਰਹਿਣਗੇ, ਉਦੋਂ ਨੂੰ ਅਸੀਂ ਇਹ ਭੁੱਲ ਜਾਾਂਗੇ ਵੀ ਬੀਜੇਪੀ ਨੇ ਕੀ ਕੀਤਾ ਸੀ। ਫਿਰ ਅਗਲੀ ਵਾਰ ਵੀ ਹਜੇ ਬੀਜੇਪੀ ਨਹੀਂ ਪਰਖੀ ਪੰਜਾਬ ਨੇ, ਇੱਕ ਮੌਕਾ ਬੀਜੇਪੀ ਨੂੰ ਵੀ ਦਿਓ ਯਾਰ। ਫਿਰ ਉਸ ਤੋਂ ਬਾਅਦ ਅਸੀਂ ਇਹ ਭੁੱਲ ਜਾਾਂਗੇ ਵੀ ਕਾਂਗਰਸ ਵੀ ਰਾਜ ਕਰਕੇ ਗਈ ਆ। ਚਲੋ ਹੁਣ ਇੱਕ ਮੌਕਾ ਕਾਂਗਰਸ ਨੂੰ ਦਿਓ, ਉਹ ਸੁਧਰ ਗਏ ਆ। ਹੁਣ ਅਸੀਂ ਤੁਹਾਨੂੰ ਕੁਝ ਚੰਗਾ ਕਰ, ਅਸੀਂ ਇੰਨਾ ਐਸ ਗੇੜ 'ਚ ਹੀ ਰਹਿ ਜਾਂਦੇ ਆ। ਸਾਡੇ ਕੋਲੇ ਆਪਦੀ ਕੋਈ ਸਿਆਸਤ ਹੀ ਨਹੀਂ ਆ। ਤੇ ਜਿਹੜੇ ਆਗੂ ਨੇ 4 ਦਹਾਕਿਆਂ ਦਾ ਸੰਘਰਸ਼ ਕੀਤਾ, 4 ਦਹਾਕਿਆਂ ਤੋਂ ਤੁਹਾਡੇ ਨਾਲ ਖੜਾ, ਅਸੀਂ ਉਹਨੂੰ ਸਮੇਂ-ਸਮੇਂ ਤੋਂ ਨਿਰਾਸ਼ ਕਰਕੇ ਤੋਰਿਆ। ਸੋ ਸਭ ਤੋਂ ਵੱਡੀ ਜ਼ਰੂਰਤ ਕਿਸੇ ਖਿੱਤੇ ਦੇ ਲੋਕਾਂ ਦੀ ਇਹ ਹੁੰਦੀ ਆ ਵੀ ਉਹਨਾਂ ਕੋਲੇ ਉਹਨਾਂ ਦੀ ਆਪਦੀ ਕੋਈ ਰਿਪਰੈਜ਼ੈਂਟੇਸ਼ਨ ਹੋਵੇ, ਆਪਦੀ ਕੋਈ ਇੱਕ ਪਾਰਟੀ ਹੋਵੇ। ਪਰ ਉਹ ਤਾਂ ਹੋਊਗੀ ਜੇ ਸਾਨੂੰ ਇਸ ਗੱਲ ਦੀ ਪਛਾਣ ਹੋਊ ਵੀ ਸਾਡਾ ਦੁਸ਼ਮਣ ਕੌਣ ਆ। ਸੋ ਜਿਹੜੇ ਦੌਰ ਚੋਂ ਹੁਣ ਕੌਮ ਲੰਘ ਰਹੀ ਆ, ਪੰਜਾਬ ਲੰਘ ਰਿਹਾ, ਇਹ ਗੱਲ ਸਮਝ ਲਈਏ ਸਾਡਾ ਦੁਸ਼ਮਣ ਕੌਣ ਆ। ਦੂਜਾ ਨੁਕਤਾ, ਅਸੀਂ ਕੌਣ ਆ? ਇਹ ਬਹੁਤ ਵੱਡਾ ਸਵਾਲ ਬਣ ਗਿਆ। ਕਿਸਾਨੀ ਸੰਘਰਸ਼ 'ਚ ਵੀ ਅਸੀਂ ਹੋਂਦ ਦੀ ਲੜਾਈ ਲੜਨੀ, ਕਿਉਂਕਿ ਮਸਲਾ ਕੱਲਾ ਜ਼ਮੀਨਾਂ ਦਾ ਨਹੀਂ ਸੀ, ਮਸਲਾ ਜ਼ਮੀਰਾਂ ਦਾ ਸੀ, ਮਸਲਾ ਫਸਲਾਂ ਦਾ ਨਹੀਂ ਸੀ, ਮਸਲਾ ਨਸਲਾਂ ਦਾ ਸੀ। ਲੜਾਈ ਕੱਲੀ ਕਿਸਾਨੀ ਦੀ ਨਹੀਂ ਸੀ, ਲੜਾਈ ਹੋਂਦ ਦੀ ਸੀ। ਸੋ ਜੇ ਉਹ ਹੋਂਦ ਦੀ ਲੜਾਈ ਸੀ ਤੇ ਉਹ ਮੁੱਕ ਗਈ? ਉਹ ਨਹੀਂ ਮੁੱਕੀ। ਜਦੋਂ ਅਸੀਂ ਆਪਦੀ ਹੋਂਦ ਨੂੰ ਹਿਸਟੋਰਿਸਾਈਜ਼ ਕਰਦੇ ਆ, ਇਤਿਹਾਸ ਦੇ ਨਾਲ ਜੋੜਦੇ ਆ, ਤੇ ਸਾਨੂੰ ਗੱਲ ਪਤਾ ਕੀ ਕਹਿੰਦੇ ਆ? ਇਹਦਾ ਧਰਮ ਨੂੰ ਵਰਤੀ ਜਾਂਦੇ ਆ, ਇਹਦਾ ਧਰਮ ਨੂੰ ਰਾਜਨੀਤੀ 'ਚ ਲੈ ਕੇ ਆ ਰਹੇ ਆ। ਇਹਨਾਂ ਤੋਂ ਇੱਕ ਗੱਲ ਪੁੱਛੋ ਵੀ ਧਰਮ ਤੋਂ ਬਿਨਾ ਸਾਡੇ ਇੱਥੇ ਕੋਈ ਇਨਕਲਾਬ ਆਇਆ ਹੋਵੇ, ਕੋਈ ਰੈਵੋਲੂਸ਼ਨ ਆਇਆ ਹੋਵੇ? ਜਦੋਂ 10 ਜਾਮਿਆਂ 'ਚ ਗੁਰੂ ਸਾਹਿਬ ਨੇ ਇੱਥੇ ਇੱਕ ਇਨਕਲਾਬ ਲਿਆਂਦਾ, ਉਹ ਇਸ ਖਿੱਤੇ 'ਚ ਧਰਮ ਨਹੀਂ ਦਿੱਤਾ ਸੀ। ਧਰਮ ਹੀ ਤੁਹਾਨੂੰ ਇੱਕ ਜ਼ਿੰਦਗੀ ਦਾ ਡਿਸਪਲਿਨ ਸਿਖਾਉਂਦਾ। ਇਹ ਜਿਹੜਾ ਵੈਸਟ ਤੋਂ ਇੱਕ ਆਈਡੀਓਲੋਜੀ ਲੈ ਕੇ ਤੁਰਦੇ ਆ ਨਾ ਵੀ ਧਰਮ ਪਾਸੇ ਰੱਖੋ ਯਾਰ ਰਾਜਨੀਤੀ ਤੋਂ, ਇਹ ਤਾਂ ਵੈਸਟ ਦੀ ਆਈਡੀਓਲੋਜੀ ਆ ਤੇ ਉੱਥੇ ਫੇਲ ਹੋ ਚੁੱਕੀ ਆ। ਜਿੱਥੇ ਜਿੱਥੇ ਧਰਮ ਤੋਂ ਬਿਨਾ, ਉਹ ਚਾਹੇ ਰਸ਼ੀਅਨ ਰੈਵੋਲੂਸ਼ਨ ਹੋਵੇ, ਉਹ ਚਾਹੇ ਕਿਊਬਾ 'ਚ ਇੱਕ ਇਨਕਲਾਬ ਆਇਆ ਸੀ ਰੈਵੋਲੂਸ਼ਨ ਹੋਵੇ, ਚਾਹੇ ਉਹ ਚਾਈਨੀਜ਼ ਰੈਵੋਲੂਸ਼ਨ ਹੋਵੇ, ਧਰਮ ਤੋਂ ਬਿਨਾ ਜਿੱਥੇ ਜਿੱਥੇ ਇਨਕਲਾਬ ਆਇਆ ਉਹ ਫੇਲ ਹੋ ਚੁੱਕਿਆ, ਟਰਾਈਡ ਐਂਡ ਟੈਸਟਡ। ਤੇ ਸਾਡੇ ਜਦੋਂ ਇਨਕਲਾਬ ਆਇਆ ਉਹ ਧਰਮ ਹੀ ਲੈ ਕੇ ਆਇਆ। ਜੇ ਗੀਤਾ ਨਿਕਲੀ ਸੀ ਤਾਂ ਉਹ ਮਹਾਭਾਰਤ ਦੇ ਯੁੱਧ ਚੋਂ ਨਿਕਲੀ ਸੀ, ਜਿਹਨੂੰ ਧਰਮ ਯੁੱਧ ਕਿਹਾ ਜਾਂਦਾ ਸੀ। ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸਾਡੇ ਕੋਲੇ ਜਿਹੜੀ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਆ, ਉਹ ਵੀ ਉਹ ਧਰਮ ਦੇ ਇਨਕਲਾਬ ਚੋਂ ਨਿਕਲ ਕੇ ਸਾਡੇ ਕੋਲੇ ਆਈ ਆ। ਸਾਨੂੰ ਜਿਹੜੇ ਅਮਲਾਂ ਤੇ ਗੁਰੂਆਂ ਨੇ ਲਾਇਆ ਸੀ ਉਹ ਧਰਮ ਦੇ ਵਿੱਚੋਂ। ਜਦੋਂ ਅਸੀਂ ਕਹਿੰਦੇ ਆ ਨਾ ਸਾਧ ਸੰਗਤ ਜੀ, ਉਹ ਤੁਹਾਡੇ ਮਨ ਜਦੋਂ ਸਾਧੇ ਜਾਂਦੇ ਆ, ਤੁਸੀਂ ਉਦੋਂ ਸਾਧ ਸੰਗਤ ਬਣਦੇ ਹੋ। ਉਹ ਧਰਮ ਤੋਂ ਬਿਨਾਂ ਨਹੀਂ ਸਾਧੇ ਜਾ ਸਕਦੇ। ਧਰਮ ਹੀ ਤੁਹਾਨੂੰ ਇੱਕ ਚੰਗਾ ਇਨਸਾਨ ਆ, ਇੱਕ ਚੰਗਾ ਹਿਊਮਨ ਬੀਇੰਗ ਬਣਾਉਂਦਾ। ਇਹਦੀ ਐਗਜ਼ਾਮਪਲ ਪ੍ਰਤੱਖ ਸਾਡੇ ਸਾਹਮਣੇ ਪਈ ਆ, ਪ੍ਰਤੱਖ ਐਗਜ਼ਾਮਪਲ ਸਾਹਮਣੇ ਪਈ ਆ। 1 ਸਾਲ ਪਹਿਲਾਂ ਅਮਰੀਕਾ 'ਚ ਇੱਕ ਮੂਵਮੈਂਟ ਸ਼ੁਰੂ ਹੋਈ, ਬਲੈਕ ਜਿਹੜੇ ਲਾਈਵਸ ਮੈਟਰ, ਉਹਨਾਂ ਨੇ ਸਟਾਰਟ ਕੀਤੀ ਆਈ ਕਾਂਟ ਬਰੀਥ। ਇੱਕ ਕੋਈ ਕਾਲਾ ਸੀ ਬੰਦਾ, ਉਹਦੇ ਧੌਣ ਤੇ ਗੋਡਾ ਰੱਖਿਆ ਕਿਸੇ ਅਮਰੀਕਨ ਗੋਰੇ ਨੇ, ਪੁਲਿਸ ਵਾਲੇ ਨੇ, ਤੇ ਉਹ ਕਹਿ ਰਿਹਾ ਮੈਨੂੰ ਸਾਹ ਨਹੀਂ ਆ ਰਿਹਾ, ਮੈਨੂੰ ਸਾਹ ਨਹੀਂ ਆ ਰਿਹਾ, ਆਈ ਕਾਂਟ ਬਰੀਥ। ਤੇ ਉਹਦੀ ਮੌਤ ਹੋ ਗਈ। ਜਦੋਂ ਉਹਦੀ ਮੌਤ ਹੋਈ ਤੇ ਉੱਥੇ ਬਹੁਤ ਵੱਡਾ, ਜਿਵੇਂ ਆਪਣਾ ਕਿਸਾਨੀ ਸੰਘਰਸ਼ ਉੱਠਿਆ ਸੀ, ਉੱਥੇ ਇੱਕ ਸੰਘਰਸ਼ ਉੱਠ ਖੜਾ।
उस संघर्ष च लोग सड़कों ते आ गए, लोगों ने अग्गां लाइयां, लोगों ने स्टोर लुट्टे, बड़े बड़े ब्रांड सी जिहड़े वो स्टोर लुट्टे ते लोग वाशिंगटन DC तक पहुंच गए। प्रेजिडेंट हाउस अमेरिका का जिहड़ा उन्होंने भी सारियां लाइटां बंद करके अपनी सिक्योरिटी नूं अलर्ट करना पै गया भी ये इत्थे भी वड़ सकते हैं ते कुछ भी कर सकते हैं। तुसीं वेखो जिद्दे उस सोसाइटी तो जिन्हों बहुत आधुनिक सोसाइटी कहा जाता, एडवांस सोसाइटी कहा जाता, मोस्ट एजुकेटेड या मोस्ट पावरफुल कंट्री मन्निया जाता दुनिया की, जिद्दे उस सोसाइटी च लॉ की जजमेंट चकी गई ते उन्हां दा अंदर जिहड़ा एक बीस्ट सी, शैतान सी, सामने आ गया। उन्होंने सब कुछ वो किया जिहड़ा कोई शैतान कर सकता। जिद्दे साडे लॉ की जजमेंट चकी जाती है किसानी संघर्ष च, असीं दिल्ली नूं तुर पैने आ, खालसा ही निशान साहब लाल किले ते किसानी झंडा चलाउने आ, ना कोई असीं खिड़की तोड़ी, ना कोई दुकान लुट्टी, ना किसी की बेपत्ती की। क्यों? संघर्ष धर्म तो सेध लै रहा सी, लोगों के मनां च शैतान नहीं सी, क्योंकि साधे हुए लोग सी, जिम्मेवारी वाले लोग सी। कोई लांभा नहीं, नौजवानी का कोई लांभा नहीं, कोई एक भी इंसीडेंट नहीं होया भी असीं किसी नजायज बंदे नूं तंग कीता होवे, किसी धी भैण दी बेपत्ती कीती होवे। बड़े जिम्मेवार ना ढंग नाल लाल किले गए, आपदा प्रोटेस्ट जाहिर किया ते असीं वापस आ गए। एक संघर्ष हो सी जिथे धर्म की कोई होंद नहीं सी, एक संघर्ष हो सी जिहड़ी सिੱਖੀ स्पिरिट लड़ रही सी, जिहड़ी साडी गुरुआं तो सेध लैके असीं उस संघर्ष की उसदे च शमूलीयत कर रहे सी। पर गल की फैलाई जाती है, तो धर्म की राजनीति करते हैं। धर्म तो बिना साडी होंद कित्थे रहेगी? धर्म तो बिना साडे च डिसिपलिन कित्थे रह गया? धर्म तो बिना पंजाबी भाईचारक सांझ कित्थे साडे च पैदा कर लांगे असीं? पर साडे गुरु ने कदे थोड़ी सिखाया भी किसी का नरादर करो। असीं लाल किले गए, आपदा 550 साल पहला का निशान आ जिहड़ा साडा तिरंगा तो 70 साल तो 75 तो बनया ना, तो 550 साल उहदे थल्ले तो पता नहीं किन्नियां कौमां नूं हक लैके दिते गए आ, किन्ने निमाणिਆਂ नूं असीं उन्हां दी खातर लड़े आ, जरवाणिਆਂ दी भख्या कीती आ। असीं निशान साहब ते किसानी झंडा उत्थे लाया, तिरंगे नूं किसी ने छेड़िया? किसी ने नहीं, क्योंकि तुमको तुम्हारा खूब, हमको हमारा खूब। असीं किसी का नरादर नहीं करते, पर आपदे हक लेने भी सानू आउंदे आ। हुण प्रॉब्लम ही इत्थे आ। दूजे नुकते की गल आपां इह कर रहे सी भी सानू पता होना चाहिए असीं कौन आ। सानू इह पता नहीं असीं कौन आ। ते जिहड़ा कामरेड लाना वो की करदा, जदों ब्लैक लाइव्स मैटर एक मूवमेंट शुरू हुंदी है वैस्ट च, तो गोरे पता की मूवमेंट शुरू कर लेंदे नाल उहनूं डिसॉल्व करने वास्ते, ऑल लाइफ्स मैटर। हुण वो कहंदे भी यार ठीक आ, कालियां दी जिहड़ी एक लाइफ आ वो तुहाडे लई उन्नी ही जरूरी होनी चाहिदी है जिन्नी गोरियां दी है, ते गोरे कहंदे ऑल लाइफ्स मैटर। हुण ये गल तां सबनूं सही लगदी है भी यार सारियां जिंदगियां ही मैटर करदियां, इस गल नूं समझण दी कोशिश करियो। पर ਇਹਦੇ ਚ ਜਿਹੜੇ ਉਹਨਾਂ ਦੇ ਬੁੱਧੀਜੀਵੀ ਸੀ, ਇੰਟੈਲੈਕਚੁਅਲ ਸੀ, ਜਦੋਂ ਅਸੀਂ ਕੋਈ ਗੰਭੀਰ ਗੱਲਬਾਤ ਕਰ ਰਹੇ ਹੋਈਏ ਸਾਡਾ ਧਿਆਨ ਹੀ ਨਹੀਂ ਕੇਂਦਰਿਤ ਹੁੰਦਾ, ਸਾਡਾ ਇੰਟੈਲੈਕਚੁਅਲ ਕੈਲੀਬਰ ਕਿੱਥੋਂ ਰਾਈਜ਼ ਹੋ ਜਾਊਗਾ? ਫਿਰ ਉਹਨਾਂ ਦੇ ਬੁੱਧੀਜੀਵੀਆਂ ਨੇ ਕਿਹਾ ਆਲ ਲਾਈਫਸ ਮੈਟਰ। ਤੁਹਾਡੇ ਤੇ ਕੋਈ ਜ਼ੁਲਮ ਹੋ ਰਿਹਾ ਗੋਰਿਆਂ ਤੇ? ਤੁਸੀਂ ਤਾਂ ਸਾਡੇ ਤੇ ਜ਼ੁਲਮ ਕਰ ਰਹੇ ਹੋ, ਸਾਨੂੰ ਸਲੇਵਸ ਵਾਂਗੂ ਟ੍ਰੀਟ ਕਰ ਰਹੇ ਹੋ, ਗੁਲਾਮਾਂ ਵਾਂਗੂ ਟ੍ਰੀਟ ਕਰ ਰਹੇ ਹੋ। ਤੁਸੀਂ ਸਾਡੇ ਬੰਦਿਆਂ ਤੇ ਕੇਸ ਪਾਉਣੇ ਹੋ, ਸਾਨੂੰ ਜੇਲ੍ਹਾਂ 'ਚ ਸਿੱਟਦੇ ਹੋ, ਜਿਵੇਂ ਸਾਡੇ ਇੱਥੇ ਆਪਣੇ ਨੌਜਵਾਨਾਂ ਤੇ UAPA ਲੱਗਦਾ ਜੇਲ੍ਹਾਂ 'ਚ ਸਾਨੂੰ ਸਿੱਟਿਆ ਜਾਂਦਾ। ਤਾਂ ਤੁਸੀਂ ਇਹ ਗੱਲ ਨਾ ਕਹੋ ਆਲ ਲਾਈਫਸ ਮੈਟਰ, ਸਪੈਸੀਫਿਕ ਗੱਲ ਕਰੋ, ਸਪਸ਼ਟਤਾ 'ਚ ਆ ਕੇ ਗੱਲ ਕਰੋ ਬਲੈਕ ਲਾਈਫਸ ਮੈਟਰ, ਕਿਉਂਕਿ ਅਸੀਂ ਵਿਕਟਮ ਆ। ਹੁਣ ਸਾਡੇ ਨਾਲ ਕੀ ਕੀਤਾ ਜਾਂਦਾ? ਜਿਹੜੇ ਕਾਮਰੇਡ ਲਾਣਾ ਕੀ ਕਰਦਾ? ਉਸ ਉਹੀ ਗੇਮ ਖੇਡਦਾ। ਕਹਿਣਗੇ ਕਿ ਪੰਜਾਬ ਤੇ ਜ਼ੁਲਮ ਹੋ ਰਿਹਾ, ਮੋਦੀ ਜ਼ਾਲਿਮ ਆ, ਮੋਦੀ ਫਾਸ਼ੀਵਾਦ ਤੇ ਉਤਰੇ ਆਇਆ, ਫਾਸਿਸਟ ਆ ਉਹ। ਸਾਨੂੰ ਲੱਗਦਾ ਯਾਰ ਸਾਡੇ ਹੀ ਬੰਦੇ ਆ, ਗੱਲ ਤਾਂ ਸਹੀ ਕਰ ਰਹੇ ਆ, ਪਰ ਕਦੇ
ਕਾਮਰੇਡ ਏਡੇ ਇਹ ਉਹ ਕੁੱਤੇ ਦੇ ਹੱਡ, ਸੌਰੀ ਟੂ ਯੂਜ਼ ਦਿਸ ਵਰਡ, ਇਹ ਕਦੇ ਸਪੈਸੀਫਿਕ ਨਹੀਂ ਹੋਣਗੇ ਵੀ ਸਿੱਖਾਂ ਤੇ ਜ਼ੁਲਮ ਹੋ ਰਿਹਾ। ਸਾਨੂੰ ਕਦੇ ਵਿਕਟਮ ਕਲੇਮ ਕਰਨ ਦਿੰਦੇ ਹੀ ਨਹੀਂ ਵੀ ਅਸੀਂ ਵਿਕਟਮ ਆ ਜਾਂ ਸਾਨੂੰ ਨਿਆਂ ਨਹੀਂ ਮਿਲਿਆ। ਕਦੇ ਸਪੈਸੀਫਿਕ ਨਹੀਂ ਹੋਣਗੇ। ਕੋਈ ਲੇਖ ਪੜ ਲਓ ਇਹਨਾਂ ਦਾ, ਕੋਈ ਇਹਨਾਂ ਦਾ ਪੰਜਾਬ ਤੇ ਓਵਰਆਲ ਇੱਕ ਜਿਹੜਾ ਗੱਲ ਕਰ ਦੇਣਗੇ, ਕਦੇ ਸਪਸ਼ਟਤਾ ਚ ਗੱਲ ਹੀ ਨਹੀਂ ਹੋਣੀ। ਸਿੱਖਾਂ ਤੇ UAPA ਲੱਗ ਰਿਹਾ, ਸਿੱਖਾਂ ਦਾ ਕਤਲੇਆਮ ਹੋਇਆ, ਸਿੱਖਾਂ ਨੂੰ 84 ਤੋਂ ਲੈ ਕੇ ਅੱਜ ਤੱਕ ਕੋਈ ਨਿਆਂ ਨਹੀਂ ਮਿਲਿਆ, ਇਹ ਕਦੇ ਨਹੀਂ ਕਹਿਣਗੇ। ਅਫਗਾਨਿਸਤਾਨ 'ਚ ਸਿੱਖ ਮਰੇ, ਕਾਮਰੇਡ ਉੱਥੇ ਅਸੀਂ ਕਿਹਾ ਵੀ ਦੇਖੋ ਜੀ ਅਸੀਂ ਇੱਥੇ ਵਿਕਟਮ ਆ, ਸਾਡੇ ਤੇ ਜ਼ੁਲਮ ਕੀਤਾ ਜਾ ਰਿਹਾ। ਸਾਨੂੰ ਕਹਿੰਦੇ ਨਹੀਂ ਨਹੀਂ ਨਹੀਂ, ਆਹ ਗੱਲ ਨਾ ਕਰੋ, ਇਹ ਤਾਂ ਇਸਲਾਮੋਫੋਬੀਆ ਹੋ ਗਿਆ, ਤੁਹਾਨੂੰ ਆਹ ਗੱਲ ਨਾ ਕਰੋ, ਆਹ ਗੱਲ ਨਾ ਕਰੋ। ਸਾਨੂੰ ਕਦੇ ਸਪੈਸੀਫਿਕ ਹੋ ਕੇ ਇਹ ਕਹਿਣ ਦੀ ਇਜਾਜ਼ਤ ਹੀ ਨਹੀਂ ਦਿੰਦੇ ਵੀ ਤੁਸੀਂ ਵਿਕਟਮ ਹੋ। ਔਰ ਵਿਕਟਮ ਜੇ ਇਹ ਨਾ ਕਹਿ ਸਕੇ ਵੀ ਮੈਂ ਵਿਕਟਮ ਆ, ਇਹਦਾ ਇਦੋਂ ਵੱਡਾ ਜ਼ੁਲਮ ਕੀ ਹੁੰਦਾ। ਉਲਟਾ ਸਾਨੂੰ ਬਦਨਾਮ ਕਰਨਗੇ ਵੀ ਸਿੱਖਾਂ 'ਚ ਤਾਂ ਆਹ ਦੇਖ ਲਓ, ਇੱਕ UK 'ਚ ਪ੍ਰੀਤੀ ਸਾਹਨੀ ਕੋਈ ਉੱਥੇ ਪਾਰਲੀਮੈਂਟ 'ਚ MP ਹੈ ਜੀ, UK ਪ੍ਰੀਤੀ ਨਾਟ ਸਾਹਨੀ, ਗੁਜਰਾਤੀ ਆ। ਉਹ ਕਹਿੰਦੀ ਜਿਹੜੇ ਸਿੱਖ ਆ ਨਾ, ਇਹਨਾਂ 'ਚ ਕੱਟੜਪੰਥੀ ਆ ਗਈ ਆ, ਸਾਡੇ 'ਚ ਪਤਾ ਨਹੀਂ ਕਿੱਥੇ ਕੱਟੜਪੰਥੀ ਦਿਖ ਜਾਂਦੀ ਹੈ ਇਹਨਾਂ ਨੂੰ। ਇਹ ਜਿਹਾਦੀ ਹੋ ਗਏ ਆ, ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਹੁਣ ਜੇ ਅਸੀਂ ਆਪਦੇ ਹੱਕ ਮੰਗਦੇ ਆ, ਆਪਦੀ ਪਛਾਣ ਦਾ ਸੰਘਰਸ਼ ਕਰਦੇ ਆ, ਤੇ ਸਾਨੂੰ ਇਹ ਕਹਿ ਦਿੰਦੇ ਆ ਇਹ ਜਿਹਾਦੀ ਹੋ ਗਏ। ਆਪਦੇ ਗੁਰੂ ਤੋਂ ਸੇਧ ਲੈ ਕੇ ਚੱਲਦੇ ਆ ਤੇ ਸਾਨੂੰ ਕਹਿ ਦਿੰਦੇ ਆ ਇਹ ਜਿਹਾਦੀ ਹੋ ਗਏ। ਫਿਰ ਸਾਡੇ ਤੇ ਆ ਕੇ ਕਰਦੇ ਆ ਜ਼ੁਲਮ। ਇਹ ਸਾਰਾ ਜਿਹੜਾ ਕੁਝ ਰਚਿਆ ਜਾਂਦਾ ਮਾਹੌਲ, ਇਹ ਸਾਡੇ ਤੇ ਜ਼ੁਲਮ ਕਰਨ ਵਾਸਤੇ ਰਚਿਆ ਜਾਂਦਾ, ਤੇ ਉਸ ਜ਼ੁਲਮ ਨੂੰ ਫਿਰ ਜਸਟੀਫਾਈ ਕਰ ਦਿੰਦੇ ਆ ਵੀ ਇਹ ਤਾਂ ਅੱਤਵਾਦੀ ਸੀ, ਇਹ ਤਾਂ ਜਿਹਾਦੀ ਸੀ। ਸੋ ਸਾਨੂੰ ਆਪਦੀ ਪਛਾਣ ਆ ਨਾ, ਜਿਹੜੀ ਦੂਜੇ ਨੁਕਤੇ ਦੀ ਗੱਲ ਇਹ ਕਰ ਰਹੇ ਆ, ਸਾਨੂੰ ਆਪਦੀ ਪਛਾਣ ਹੀ ਨਹੀਂ ਰਹਿ ਗਈ। ਅਸੀਂ ਵੰਡਾਂ ਇੰਨੀਆਂ 'ਚ ਪੈ ਗਏ। ਸਿੱਖ ਤਾਂ ਕਿਸੇ ਬਾਈਨਰੀ 'ਚ, ਕਿਸੇ ਜਮਾਤ 'ਚ ਆਉਂਦਾ ਹੀ ਨਹੀਂ। ਕਿਉਂ? ਸਾਡੇ ਗੁਰੂ ਨੇ ਇੱਕ ਗੱਲ ਸਿਖਾਈ ਆ ਵੀ ਨਿਮਾਣੇ ਦੀ ਰੱਖਿਆ ਤੇ ਜਰਵਾਣੇ ਦੀ ਭਖਿਆ। ਉਹ ਜਰਵਾਣਾ ਕੱਲ ਨੂੰ ਕੋਈ ਵੀ ਹੋਵੇ, ਸਾਡਾ ਆਪਦਾ ਰਾਜ ਹੋਵੇ, ਤੇ ਸਾਡਾ ਰਾਜਾ ਵੀ ਜਰਵਾਣਾ ਬਣਦਾ, ਅਸੀਂ ਉਹਦੀ ਭਖਿਆ ਨੂੰ ਵੀ ਤੁਰ ਪਾਂਗੇ। ਜਿਵੇਂ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੂੰ ਚੈਲੰਜ ਕਰ ਦਿੰਦੇ ਸੀ ਅਕਾਲ ਤਖਤ ਤੋਂ ਖੜ ਕੇ, ਤੇ ਮਹਾਰਾਜੇ ਨੂੰ ਮਾਫੀ ਮੰਗਣੀ ਪੈਂਦੀ ਸੀ। ਸੋ ਇਹ ਜਿਹੜਾ ਸਾਡੇ ਕੋਲੇ ਆਪਦਾ ਇੱਕ ਸਿਧਾਂਤ ਆ ਨਾ, ਉਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਦਾ ਸਿਧਾਂਤ ਆ, ਜਿਹੜੀ ਇਸ ਧਰਤੀ ਤੇ ਪੈਦਾ ਕੀਤੀ ਗਈ ਹੈ। ਇਹੀ ਮੇਰੀ ਪੀਰੀ ਦਾ ਸਿਧਾਂਤ ਆ। ਸੋ ਸਾਨੂੰ ਚਾਰੇ ਪਾਸਿਓਂ ਸਾਡੀ ਪਛਾਣ ਤੇ ਸਾਡੇ ਤੇ ਹਮਲੇ ਬੜੇ ਸੂਖਮ ਲੈਵਲ ਤੇ ਸਾਨੂੰ ਸਮਝ ਵੀ ਨਹੀਂ ਆਉਂਦੇ। ਸਾਰੀ ਕਿਸਾਨੀ ਸੰਘਰਸ਼ ਦੀ ਜਿਹੜੀ ਅਗਵਾਈ ਕਾਮਰੇਡਾਂ ਨੇ ਕੀਤੀ ਆ, ਲੜਿਆ ਅਸੀਂ। ਸੋ ਦੂਜਾ ਨੁਕਤਾ, ਅਸੀਂ ਕੌਣ ਆ? ਅਸੀਂ ਇਹ ਤੋਂ ਵੀ ਦੂਰ ਚਲੇ ਗਏ। ਇਹਨੂੰ ਪਛਾਣੀਏ ਹੁਣ।